ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਣਕੇ। ਰੋਂਦੀਆਂ ਅੱਖਾਂ ਲਈ ਬਸੰਤ ਵੀ ਪਤਝੜ ਹੁੰਦੀ ਹੈ। ਬਾਦਸ਼ਾਹ ਦੀ ਬੇਨਤੀ ਵੀ ਹੁਕਮ ਹੁੰਦੀ ਹੈ। ਧੋਖਾ ਸਭਨੀ ਥਾਈਂ ਨਫ਼ਰਤ ਅਤੇ ਅਯੋਗਤਾ ਦਾ ਹਥਿਆਰ ਹੁੰਦਾ ਹੈ। ਵਿਆਹ ਤੋਂ ਪਹਿਲਾਂ ਸਾਡਾ ਗਿਆਨ ਅਤੇ ਅਨੁਭਵ ਵੀ ਕੁੰਵਾਰੇ ਹੁੰਦੇ ਹਨ। ਨਾਡੂ ਖਾਂ ਅਤੇ ਪਾਟੇ ਖਾਂ ਸ਼ਿਕਾਇਤ ਕਰਦੇ ਹਨ ਕਿ ਰੱਬ ਨੇ ਇਹ ਦੁਨੀਆ ਉਹਨਾਂ ਨੂੰ ਪੁੱਛ ਕੇ ਕਿਉਂ ਨਹੀਂ ਬਣਾਈ। ਯਾਤਰਾ ਤੋਂ ਮੁੜੇ ਵਿਅਕਤੀ ਕੋਲ ਨਵੇਂ ਅਨੁਭਵਾਂ ਦੀ ਕਮਾਈ ਹੁੰਦੀ ਹੈ। ਜੂਆ ਲੋਭ ਵਿੱਚੋਂ ਉਪਜਦਾ ਹੈ ਅਤੇ ਫਜ਼ੂਲ ਖਰਚੀ ਉਪਜਾਉਂਦਾ ਹੈ। ਕਿਸੇ ਨਾਲ ਝਗੜਦਿਆਂ ਧਿਆਨ ਰੱਖਣਾ ਚਾਹੀਦਾ ਹੈ ਕਿ ਸਮਝੌਤੇ ਵੇਲੇ ਸ਼ਰਮਸ਼ਾਰ ਨਾ ਹੋਣਾ ਪਵੇ। ਦਲਾਲਾਂ ਨੂੰ ਇਮਾਨਦਾਰੀ ਨਾਲ ਚਿੜ ਹੁੰਦੀ ਹੈ। ਭਾਰਤ ਦੇ ਬਹੁਤੇ ਪਿੰਡਾਂ ਵਿੱਚ ਅਜੇ ਵੀ 17ਵੀਂ 18ਵੀਂ ਸਦੀ ਚੱਲ ਰਹੀ ਹੈ। ਕਲਪਨਾ ਵਾਰਤਕ ਨੂੰ ਕਵਿਤਾ ਬਣਾ ਦਿੰਦੀ ਹੈ। ਸੰਸਾਰ ਵਿੱਚ ਹਰ ਰੋਜ਼ ਸਭ ਤੋਂ ਵੱਧ ਉਚਾਰਿਆ ਜਾਣ ਵਾਲਾ ਸ਼ਬਦ ਪਹਿਲਾਂ ਮਾਂ ਸੀ, ਹੁਣ ਹੈਲੋ ਹੈ। ਜੇ ਸੱਚ ਮਿੱਠਾ ਹੁੰਦਾ ਤਾਂ ਹਰ ਕਿਸੇ ਨੇ ਸੱਚ ਹੀ ਬੋਲਣਾ ਸੀ। ਅਮੀਰਾਂ ਦੇ ਨੁਕਸਾਂ ਨੂੰ ਪੈਸਾ ਢੱਕ ਲੈਂਦਾ ਹੈ। ਵਿਆਹ ਦੀਆਂ ਰਸਮਾਂ ਵੇਲੇ ਕਿਸੇ ਨਸ਼ੇ ਵਿੱਚ ਨਹੀਂ ਹੋਣਾ ਚਾਹੀਦਾ। ਇਸ ਨਾਲ ਵਿਆਹ ਦਾ ਸਰੂਰ ਜਾਂਦਾ ਰਹਿੰਦਾ ਹੈ। ਅਸੀਂ ਸਭ ਬਰਾਬਰ ਹਾਂ, ਇਹ ਗੱਲ ਸੁਣਨ ਵਿੱਚ ਹੀ ਚੰਗੀ ਲੱਗਦੀ ਹੈ। ਮਰਨ ਨਾਲ ਮਨੁੱਖ ਦਾ ਅਧੂਰਾਪਣ ਮੁੱਕ ਜਾਂਦਾ ਹੈ। ਜੇ 30 ਸਾਲ ਤੱਕ ਕਿਸੇ ਨਾਲ ਪਿਆਰ ਨਾ ਹੋਵੇ ਤਾਂ ਸਮਝੋ ਦਿਲ ਨਹੀਂ ਹੈ। ਜੇ 30 ਤੋਂ ਮਗਰੋਂ ਹਰ ਕਿਸੇ ਨਾਲ ਪਿਆਰ ਹੀ ਹੋਈ ਜਾਵੇ ਤਾਂ ਸਮਝੋ ਦਿਮਾਗ ਨਹੀਂ ਹੈ। ਹਰ ਦੇਸ਼ ਦਾ ਸਭ ਤੋਂ ਵੱਧ ਖੁਸ਼ਹਾਲ ਵਰਗ ਸਮਾਜ ਅਤੇ ਦੇਸ਼ ਪ੍ਰਤੀ ਸਭ ਤੋਂ ਵੱਧ ਅਣਸ਼ੁਕਰਾ ਹੁੰਦਾ ਹੈ। ਅਨੇਕਾਂ ਬੰਦੇ ਗਰੀਬੀ ਤੋਂ ਛੁਟਕਾਰਾ ਪਾਉਂਦੇ ਪਾਉਂਦੇ ਪ੍ਰਸਿੱਧ ਹੋ ਗਏ ਹਨ। ਕਿਸੇ ਵਾਦ ਦੇ ਲੜ ਲੱਗਣ ਨਾਲ ਸਾਹਿਤ ਵਿੱਚ ਕਰੜਾਈ ਆ ਜਾਂਦੀ ਹੈ। ਹਰ ਬਾਂਦਰ ਆਪਣੇ ਆਪ ਨੂੰ ਸੰਪੂਰਨ ਦੱਸ ਕੇ ਕਹਿੰਦਾ ਹੈ ਕਿ ਲੰਗੂਰਾਂ ਵਿੱਚ ਸੁਧਾਰ ਦੀ ਲੋੜ ਹੈ। ਬੜਾ ਮੁਸ਼ਕਿਲ ਹੁੰਦਾ ਹੈ ਆਪਣੀ ਪ੍ਰੇਮਿਕਾ ਨੂੰ ਕਿਸੇ ਹੋਰ ਦੀ ਡੋਲੀ ਚੜ੍ਹਦੇ ਵੇਖਣਾ। ਜ਼ਰੂਰੀ ਨਹੀਂ ਕਿ ਜਿਸ ਦਾ ਨਾਂ ਚਤਰ ਸਿੰਘ ਹੋਵੇ ਉਹ ਚਲਾਕ ਵੀ ਹੋਵੇ। ਬਸੰਤ ਨੂੰ ਪਤਝੜ ਦੀ ਅਰਥੀ ਚੁੱਕਣ ਵਿੱਚ ਕੋਈ ਔਖ ਨਹੀਂ ਹੁੰਦੀ। ਕੇਵਲ ਮਨੁੱਖ ਵਿੱਚ ਆਪਣੇ ਪੂਰਵਜਾਂ ਨੂੰ ਯਾਦ ਰੱਖਣ ਦੀ ਸੋਝੀ ਹੈ। ਕੇਵਲ ਮਨੁੱਖ ਚਾਹੁੰਦਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਉਸ ਨੂੰ ਯਾਦ ਰੱਖਣ। ਹਿੰਦੂ ਧਰਮ ਦੇ ਸਾਰੇ ਤਿਉਹਾਰ ਖੁਸ਼ੀ ਮਨਾਉਣ ਦੇ ਤਿਉਹਾਰ ਹਨ, ਪਰ ਇਹਨਾਂ ਦਿਨਾਂ ਵਿੱਚ ਹਿੰਦੂ ਅਕਸਰ ਵਰਤ ਰੱਖਦੇ ਹਨ। ਪਿਛਲੇ ਅਰਬਾਂ ਸਾਲਾਂ ਵਿੱਚ ਧਰਤੀ ਉੱਤੇ ਇੱਕ ਵਾਰੀ ਵੀ ਸਵੇਰ ਹੋਣੀ ਰੁਕੀ ਨਹੀਂ। ਹੁਸਨ ਕਦੇ ਵੀ ਅਣਗੌਲਿਆ ਨਹੀਂ ਰਹਿੰਦਾ। ਜਦੋਂ ਤੱਕ ਜਿਸਮਾਂ ਦੀਆਂ ਗੱਲਾਂ ਨਹੀਂ ਮੁੱਕਦੀਆਂ, ਰੂਹਾਂ ਦੇ ਰਿਸ਼ਤੇ ਨਹੀਂ ਜਾਗਦੇ। ਲਾਲਚੀ ਬੰਦੇ ਦੀ ਦਿਲਚਸਪੀ ਵਧੇਰੇ ਵਿੱਚ ਹੁੰਦੀ ਹੈ, ਵਿਕਾਸ ਵਿੱਚ ਨਹੀਂ। ਨੇਤਰਹੀਣ ਬੰਦੇ ਆਪਣੇ ਕੰਨਾਂ ਨਾਲ ਵੇਖਦੇ ਹਨ ਅਤੇ ਸਾਰੇ ਸਰੀਰ ਨਾਲ ਸੁਣਦੇ ਹਨ। ਵਿਆਹੇ ਅਤੇ ਅਣਵਿਆਹੇ ਇੱਕ ਦੂਜੇ ਤੇ ਤਰਸ ਖਾਂਦੇ ਰਹਿੰਦੇ ਹਨ। ਲੋਭੀ ਨੂੰ ਪੈਸੇ ਨਾਲ, ਹੰਕਾਰੀ ਨੂੰ ਪ੍ਰਸ਼ੰਸਾ ਨਾਲ ਅਤੇ ਮੂਰਖ ਨੂੰ ਮਨਮਾਨੀ ਕਰਨ ਦੇਣ ਨਾਲ ਕਾਬੂ ਕੀਤਾ ਜਾ ਸਕਦਾ ਹੈ। ਧਾਰਮਿਕ ਛੁੱਟੀਆਂ ਨੂੰ ਨਾਸਤਿਕ ਵੀ ਮਾਣਦੇ ਹਨ। ਜਨਸੰਖਿਆ ਦੇ ਵਾਧੇ ਸੰਬੰਧੀ ਹਰ ਕੋਈ ਚਿੰਤਾ ਕਰਦਾ ਹੈ, ਪਰ ਕੋਈ ਵੀ ਠੀਕ ਸਮੇਂ ਤੇ ਚਿੰਤਾ ਨਹੀਂ ਕਰਦਾ। ਸੰਤ ਸੰਨਿਆਸੀ ਬਣਨਾ ਸੌਖਾ ਹੁੰਦਾ ਹੈ, ਪਰ ਸਫਲ ਢੰਗ ਨਾਲ ਪਰਿਵਾਰ ਪਾਲਣਾ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣੀਆਂ ਸੌਖੀਆਂ ਨਹੀਂ ਹੁੰਦੀਆਂ। ਹਰ ਘਰ ਵਿੱਚ ਇੱਕ ਪਤੀ ਅਤੇ ਇੱਕ ਪਤਨੀ ਹੁੰਦੀ ਹੈ। ਅਨੇਕਾਂ ਘਰਾਂ ਵਿੱਚ ਪਤਨੀ ਪਤੀ ਵਾਲਾ ਅਤੇ ਪਤੀ ਪਤਨੀ ਵਾਲਾ ਰੋਲ ਨਿਭਾ ਰਿਹਾ ਹੁੰਦਾ ਹੈ। ਜੇ ਸਟੇਸ਼ਨ ਤੇ ਜਲਦੀ ਪਹੁੰਚ ਜਾਈਏ ਤਾਂ ਗੱਡੀ ਅਕਸਰ ਲੇਟ ਹੁੰਦੀ ਹੈ। ਪਤੀ ਪਤਨੀ ਵਿੱਚੋਂ ਇੱਕ ਦਾ ਚੁਸਤ ਚਲਾਕ ਹੋਣਾ ਲਾਜ਼ਮੀ ਹੁੰਦਾ ਹੈ, ਕਿਉਂਕਿ ਇਸ ਬਿਨਾਂ ਪਰਿਵਾਰ ਨਹੀਂ ਚੱਲਦਾ।
ਜੀਵਨ ਵਿੱਚ ਹਰ ਰਿਸ਼ਤੇ ਦੇ ਮੁੱਢ ਵਿੱਚ ਸਾਂਝਾਂ, ਫਿਰ ਵਖਰੇਵੇਂ ਅਤੇ ਮਗਰੋਂ ਨੁਕਸ ਦਿਸਣ ਲੱਗ ਪੈਂਦੇ ਹਨ। ਕਿਸੇ ਵੀ ਖੇਤਰ ਵਿੱਚ ਸਿਖਰ ਤੇ ਪਹੁੰਚ ਕੇ ਜੇ ਕੋਈ ਪਰਮਾਤਮਾ ਦੀ ਸ਼ਰਨ ਨਹੀਂ ਆਉਂਦਾ ਤਾਂ ਉਸ ਲਈ ਸੰਤੁਲਨ ਬਣਾਈ ਰੱਖਣਾ ਸੰਭਵ ਨਹੀਂ ਹੁੰਦਾ। ਭੁੱਖਾ ਬੰਦਾ ਥਾਲੀ ਵਿੱਚ ਭੋਜਨ ਪੈਣ ਤੋਂ ਪਹਿਲਾਂ ਹੀ ਖਾਣ ਲੱਗ ਪੈਂਦਾ ਹੈ। ਵਿਆਹ ਤੋਂ ਖੁੰਝ ਗਈ ਇਸਤਰੀ ਦੀ ਬੇਇੱਜ਼ਤੀ ਹੁੰਦੀ ਵੀ ਵਧੇਰੇ ਹੈ ਅਤੇ ਉਹ ਮਹਿਸੂਸ ਵੀ ਵਧੇਰੇ ਕਰਦੀ ਹੈ। 50 ਸਾਲ ਦੇ ਇਸਤਰੀ ਪੁਰਸ਼ ਭਾਵੇਂ ਕਿਤਨੇ ਵੀ ਗੁਣਵਾਨ ਹੋਣ, ਕੋਈ ਉਹਨਾਂ ਨਾਲ ਪਹਿਲਾਂ ਵਿਆਹ ਨਹੀਂ ਕਰਦਾ। ਪ੍ਰਸੰਨਤਾ ਦੀ ਹਾਲਤ ਵਿੱਚ ਮਨੁੱਖ ਕਦੇ ਵੀ ਝੂਠ ਬੋਲਣ ਜਾਂ ਧੋਖਾ ਦੇਣ ਬਾਰੇ ਨਹੀਂ ਸੋਚਦਾ। ਇਸਤਰੀਆਂ ਨੂੰ ਸਭ ਤੋਂ ਵੱਧ ਯੋਗੀਆਂ ਅਤੇ ਸੰਨਿਆਸੀਆਂ ਨੇ ਭੰਡਿਆ ਹੈ, ਪਰ ਇਸਤਰੀਆਂ ਨੇ ਇਹਨਾਂ ਨੂੰ ਵੀ ਸਤਿਕਾਰ ਹੀ ਦਿੱਤਾ ਹੈ। ਬਿਜਲੀ, ਰੇਡੀਓ, ਕਾਰ, ਸਿਨੇਮੇ ਅਤੇ ਪੈਨਸਲੀਨ ਨੇ 20ਵੀਂ ਸਦੀ ਦੀ ਨੁਹਾਰ ਨਿਰਧਾਰਤ ਕੀਤੀ ਸੀ। ਰਾਜਨੀਤੀ ਵਿੱਚ ਸਵਾਰਥ ਦੀ ਭਾਵਨਾ ਹੀ ਰਾਜਨੀਤੀ ਵਿੱਚ ਦਿਲਚਸਪੀ ਲੈਣ ਵਾਲੇ ਲੋਕਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਂਦੀ ਹੈ। ਜਿਤਨੇ ਕਿਸੇ ਕੋਲ ਤੱਥ ਘੱਟ ਹੁੰਦੇ ਹਨ, ਉਤਨਾ ਹੀ ਉਹ ਆਪਣੇ ਨਿਰਣੇ ਦੇ ਸਹੀ ਹੋਣ ਦਾ ਵਧੇਰੇ ਦਾਅਵਾ ਕਰਦਾ ਹੈ। ਈਸਾਈ, ਯਹੂਦੀ, ਮੁਸਲਮਾਨ ਲਈ ਪਰਮਾਤਮਾ ਬਾਹਰ ਹੈ, ਹਿੰਦੂ, ਸਿੱਖ ਲਈ ਅੰਦਰ ਹੈ, ਜੈਨੀ, ਬੋਧੀ ਲਈ ਪਰਮਾਤਮਾ ਹੈ ਹੀ ਨਹੀਂ, ਪਰ ਸੰਸਾਰ ਵਿੱਚ ਕੰਮ ਸਾਰਿਆਂ ਧਰਮਾਂ ਦੇ ਸ਼ਰਧਾਲੂਆਂ ਦਾ ਚੱਲ ਰਿਹਾ ਹੈ। ਕਈ ਬੰਦਿਆਂ ਵਿੱਚ ਵਫ਼ਾਦਾਰੀ ਤੋਂ ਸਿਵਾਏ ਕੁੱਤੇ ਵਾਲੇ ਸਾਰੇ ਲੱਛਣ ਹੁੰਦੇ ਹਨ। ਅਣਬਣ ਦੌਰਾਨ ਪਤੀ ਅਤੇ ਪਤਨੀ ਦੋਵੇਂ ਇੱਕ ਦੂਜੇ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਦੇ ਵੱਡੇ ਅਰਥ ਕੱਢਦੇ ਰਹਿੰਦੇ ਹਨ। ਪਰੰਪਰਾਗਤ ਸਮਾਜਾਂ ਵਿੱਚ ਕਿਸੇ ਦੇ ਚਰਿੱਤਰ ਦੇ ਔਗੁਣ ਯਾਦ ਰੱਖੇ ਜਾਂਦੇ ਹਨ ਅਤੇ ਉਸ ਦੀ ਯੋਗਤਾ ਭੁਲਾ ਦਿੱਤੀ ਜਾਂਦੀ ਹੈ। ਆਧੁਨਿਕ ਦੇਸ਼ਾਂ ਵਿੱਚ ਉਲਟ ਵਾਪਰਦਾ ਹੈ। ਬਿਮਾਰੀ ਦਾ ਸੰਕਟ ਟਲਦਿਆਂ ਹੀ ਮਨੁੱਖ ਆਪਣੇ ਸਰੀਰ ਨਾਲ ਮੁੜ ਵਧੀਕੀਆਂ ਕਰਨ ਲੱਗ ਪੈਂਦਾ ਹੈ। ਕਿਸੇ ਨੂੰ ਘਿਰਣਾ ਕਰਨੀ ਉਸ ਨਾਲ ਡੂੰਘੇ ਸੰਬੰਧ ਦਾ ਹੀ ਸਬੂਤ ਹੁੰਦੀ ਹੈ। ਜਿਹੜੇ ਵਿਆਹ ਨਹੀਂ ਕਰਵਾਉਂਦੇ, ਉਹ ਸਾਰਾ ਜੀਵਨ ਕੁਰਸੀ ਦੀ ਥਾਂ ਸਟੂਲ ਤੇ ਬੈਠੇ ਵਿਖਾਈ ਦਿੰਦੇ ਹਨ। ਡਰਿਆ ਹੋਇਆ ਮਨੁੱਖ ਕੁਝ ਵੀ ਨਹੀਂ ਸਿੱਖ ਸਕਦਾ। ਤੂੰ ਮੇਰੀ ਹੈ ਕਹਿਣ ਵਿੱਚ ਹੰਕਾਰ ਹੈ, ਮੈਂ ਤੇਰੀ ਹਾਂ ਕਹਿਣ ਵਿੱਚ ਨਿਮਰਤਾ ਹੈ। ਜੇ ਮਨੁੱਖ ਨੇ ਮਰਨਾ ਨਾ ਹੁੰਦਾ ਤਾਂ ਕਿਸੇ ਨੇ ਬੱਚਿਆਂ ਦੀ ਦੇਖਭਾਲ ਨਹੀਂ ਸੀ ਕਰਨੀ। ਸਿਆਸਤ ਭ੍ਰਿਸ਼ਟ ਨਹੀਂ ਹੋ ਗਈ। ਜਿਹੜੇ ਲੋਕ ਭ੍ਰਿਸ਼ਟ ਸਨ, ਉਹ ਸਿਆਸਤ ਵਿੱਚ ਆ ਗਏ ਹਨ। ਕਈ ਵਾਰੀ ਅਸੀਂ ਕੋਈ ਕਦਮ ਚੁੱਕ ਤਾਂ ਲੈਂਦੇ ਹਾਂ, ਪਰ ਪਤਾ ਨਹੀਂ ਲੱਗਦਾ ਕਿ ਇਸ ਕਦਮ ਨੂੰ ਰੱਖੀਏ ਕਿੱਥੇ। ਅਕਲ ਉੱਥੇ ਹੀ ਹੋਵੇਗੀ ਜਿੱਥੇ ਸੰਜਮ ਅਤੇ ਸਲੀਕਾ ਹੋਵੇਗਾ। ਮਨੁੱਖਾਂ ਦੀ ਪਛਾਣ ਨਾਮਾਂ ਦੀ ਮੁਹਤਾਜ ਹੁੰਦੀ ਹੈ। ਪਸ਼ੂਆਂ ਦੀ ਪਛਾਣ ਉਹਨਾਂ ਦੇ ਵਿਹਾਰ ਨਾਲ ਜੁੜੀ ਹੁੰਦੀ ਹੈ। ਡੂੰਘੀ ਨੀਝ ਉਹ ਹੁੰਦੀ ਹੈ ਜਿਸ ਨਾਲ ਵੇਖਿਆ ਸਭ ਕੁਝ ਇੱਕ ਦੂਜੇ ਨਾਲ ਜੁੜਿਆ ਹੋਇਆ ਵਿਖਾਈ ਦਿੰਦਾ ਹੈ। ਗਰਭ ਰੋਕੂ ਵਿਧੀਆਂ ਨੇ ਇਸਤਰੀ ਪੁਰਸ਼ ਸੰਬੰਧਾਂ ਵਿੱਚ ਲਾਪਰਵਾਹੀ ਲੈ ਆਂਦੀ ਹੈ। ਮਨੁੱਖ ਨੂੰ ਇਤਿਹਾਸ ਸਿਆਣਾ, ਕਵਿਤਾ ਰੰਗੀਲਾ, ਗਣਿਤ ਸੂਖਮ, ਫਿਲਾਸਫੀ ਗੰਭੀਰ, ਪਿਆਰ ਸਹਿਯੋਗੀ ਅਤੇ ਧਰਮ ਨਿਮਰ ਬਣਾ ਦਿੰਦਾ ਹੈ। ਕਿਸੇ ਦੀ ਬੇਇੱਜ਼ਤੀ ਕਰਕੇ ਉਸ ਤੋਂ ਚੰਗੀ ਕਾਰਗੁਜ਼ਾਰੀ ਦੀ ਆਸ ਨਹੀਂ ਕਰਨੀ ਚਾਹੀਦੀ। ਰਿਸ਼ਤੇਦਾਰਾਂ ਦੀ ਹਮਦਰਦੀ ਖੂੰਢੀ ਅਤੇ ਨਫ਼ਰਤ ਬੜੀ ਤਿੱਖੀ ਹੁੰਦੀ ਹੈ। ਕਿਸੇ ਨੂੰ ਅਕ੍ਰਿਤ ਘਣ ਕਹਿਣ ਵਿੱਚ ਉਸ ਦੇ ਸਾਰੇ ਔਗੁਣ ਆ ਜਾਂਦੇ ਹਨ। ਪਹਿਲਾਂ ਵਿਆਹ ਨਾਲ ਧੀ ਭਰਾਈ ਹੁੰਦੀ ਸੀ, ਹੁਣ ਪੁੱਤਰ ਵੀ ਹੋ ਜਾਂਦਾ ਹੈ। ਪਰੰਪਰਾਗਤ ਸਮਾਜ ਵਿੱਚ ਇਸਤਰੀ ਪੁਰਸ਼ ਦੇ ਵਿਆਹ ਤੋਂ ਬਾਹਰੇ ਕਿਸੇ ਪ੍ਰਕਾਰ ਦੇ ਸੰਬੰਧਾਂ ਨੂੰ ਪ੍ਰਵਾਨਗੀ ਨਹੀਂ ਮਿਲਦੀ। ਹਉਮੈ ਤੋਂ ਪਾਰ ਆਨੰਦ ਹੀ ਆਨੰਦ ਹੈ। ਖੁਸ਼ੀ ਵਾਲੇ ਦਿਨਾਂ ਵਿੱਚ ਵਧਾਈਆਂ ਦੇਣ ਵਾਲੇ ਆਰਾਮ ਨਹੀਂ ਕਰਨ ਦੇਣਗੇ। ਜਦੋਂ ਕਾਰਾਂ ਨਹੀਂ ਸਨ ਹੁੰਦੀਆਂ, ਉਦੋਂ ਬੰਦਾ ਮਰਨ ਤੱਕ ਜਿਉਂਦਾ ਸੀ, ਹੁਣ ਕਾਰ ਥੱਲੇ ਆਉਣ ਤੱਕ ਜਿਉਂਦਾ ਹੈ।
ਮਰ ਗਿਆ ਤੇ ਨਿੰਦਾ ਦਾ ਕੋਈ ਅਸਰ ਨਹੀਂ ਹੁੰਦਾ। ਨਿੰਦਾ ਦਾ ਉਦੇਸ਼ ਜਿਉਂਦਿਆਂ ਨੂੰ ਮਾਰਨਾ ਹੁੰਦਾ ਹੈ। ਜੇ ਚੀਜ਼ਾਂ ਬਹੁਤ ਸਸਤੀਆਂ ਮਿਲ ਰਹੀਆਂ ਹੋਣ ਤਾਂ ਬਚਤ ਦੇ ਨਾਂ ਹੇਠ ਲੋਕ ਲੋੜ ਨਾਲੋਂ ਵਧੇਰੇ ਖਰੀਦ ਕੇ ਫਜ਼ੂਲ ਖਰਚੀ ਕਰਨ ਲੱਗ ਪੈਂਦੇ ਹਨ। ਭਾਵੇਂ ਕਿਤਾਬਾਂ ਕੁਝ ਹੋਰ ਦੱਸਦੀਆਂ ਹਨ ਅਤੇ ਜ਼ਿੰਦਗੀ ਕੁਝ ਹੋਰ ਕਹਿੰਦੀ ਹੈ, ਫਿਰ ਵੀ ਦੋਹਾਂ ਤੋਂ ਜਾਣਨ ਸੁਣਨ ਦੀ ਲੋੜ ਪੈਂਦੀ ਰਹਿੰਦੀ ਹੈ। ਜਦੋਂ ਦੂਜਿਆਂ ਨੂੰ ਕੁਝ ਖਰੀਦਦੇ ਵੇਖਿਆ ਜਾਵੇ ਤਾਂ ਈਰਖਾ ਕਾਰਨ ਆਪ ਲੋੜ ਹੋਵੇ ਨਾ ਹੋਵੇ ਖਰੀਦਣ ਦਾ ਖਪਤ ਜਾਗ ਪੈਂਦਾ ਹੈ। ਵਿਚਾਰ ਭਾਵੇਂ ਨਿਰਪੱਖ ਹੀ ਹੋਣ, ਪਰ ਉਹਨਾਂ ਦੀ ਪੇਸ਼ਕਾਰੀ ਪੱਖਪਾਤ ਨਾਲ ਕੀਤੀ ਜਾਂਦੀ ਹੈ। ਜਿਸ ਨੂੰ ਪ੍ਰਮਾਤਮਾ ਨੇ ਆਪ ਮੂਰਖ ਬਣਾਇਆ ਹੋਵੇ, ਉਸ ਨੂੰ ਕੋਈ ਵੀ ਮਨੁੱਖ ਸਿਆਣਾ ਨਹੀਂ ਬਣਾ ਸਕਦਾ। ਕਮਜ਼ੋਰ ਬਰਾਬਰੀ ਮੰਗਦੇ ਹਨ, ਤਕੜੇ ਸੁਤੰਤਰਤਾ ਚਾਹੁੰਦੇ ਹਨ। ਦੇਸ਼ ਭਗਤੀ ਕਿਸੇ ਹੋਰ ਦੇਸ਼ ਤੇ ਹਮਲਾ ਜਾਂ ਉਸ ਦੀ ਨਿੰਦਾ ਕਰਨ ਦਾ ਇੱਕ ਬਹਾਨਾ ਹੁੰਦੀ ਹੈ। ਸੱਚ ਬੋਲ ਕੇ ਰਾਜਨੀਤੀ ਤਾਂ ਬਿਲਕੁਲ ਨਹੀਂ ਚੱਲਦੀ, ਧਰਮ ਵੀ ਨਹੀਂ ਚੱਲਦਾ। ਅੰਧ ਵਿਸ਼ਵਾਸ ਕਮਜ਼ੋਰ ਦਿਮਾਗਾਂ ਦਾ ਵਿਗਿਆਨ ਹੁੰਦੇ ਹਨ। ਜਿਤਨੀ ਕੋਈ ਸੱਭਿਅਤਾ ਪੁਰਾਣੀ ਹੁੰਦੀ ਹੈ, ਉਸ ਦੀ ਲੁਕਾਈ ਦੀ ਮਾਨਸਿਕਤਾ ਉੱਤੇ ਬੰਧਨ ਉਤਨੇ ਹੀ ਵਧੇਰੇ ਕਠੋਰ ਹੁੰਦੇ ਹਨ। ਅਜੇ ਤੱਕ ਤਲਾਕ ਦਾ ਮੁਕੱਦਮਾ ਲੜਨ ਵਾਲੇ ਨੂੰ ਕਿਸੇ ਨੇ ਸ਼ਾਬਾਸ਼ ਨਹੀਂ ਦਿੱਤੀ। ਕਿਸੇ ਵੀ ਗੱਲ ਬਾਰੇ ਚਿੰਤਾ ਕਰਦਿਆਂ ਅਸੀਂ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਖਰਾ ਅਤੇ ਵਿਸ਼ੇਸ਼ ਸਮਝਦੇ ਹਾਂ। ਹਰ ਪ੍ਰਕਾਰ ਦੀ ਤਬਦੀਲੀ ਆਉਂਦੀ ਵੀ ਸਮੇਂ ਨਾਲ ਹੈ ਅਤੇ ਇਹ ਮਾਪੀ ਵੀ ਸਮੇਂ ਨਾਲ ਜਾਂਦੀ ਹੈ। ਜਿਹੜਾ ਗਿਆਨ ਸਾਨੂੰ ਬਦਲਦਾ ਨਹੀਂ, ਉਹ ਗਿਆਨ ਨਹੀਂ ਹੁੰਦਾ, ਗਿਆਨ ਦਾ ਭੁਲੇਖਾ ਹੁੰਦਾ ਹੈ। ਕੋਈ ਚੰਗਾ ਕੰਮ ਕਰਦਿਆਂ ਦੁਖੀ ਨਹੀਂ ਹੋਇਆ ਜਾ ਸਕਦਾ। ਜਿਹੜੇ ਚੱਲਦੇ ਹਨ ਉਹੀ ਪਹੁੰਚਦੇ ਹਨ ਅਤੇ ਉਹ ਪਹੁੰਚ ਕੇ ਵੀ ਰੁਕਦੇ ਨਹੀਂ। ਜੀਵਨ ਦੀਆਂ ਭੁੱਖਾਂ ਸਾਨੂੰ ਲੜਨਾ ਸਿਖਾਉਂਦੀਆਂ ਹਨ ਅਤੇ ਜੀਵਨ ਦੇ ਸੁੱਖ ਸਾਨੂੰ ਸਮਝੌਤਾ ਕਰਨਾ ਸਿਖਾਉਂਦੇ ਹਨ। ਸੱਚਾ ਅਮੀਰ ਕਦੇ ਵਿਹਲਾ ਨਹੀਂ ਹੁੰਦਾ ਅਤੇ ਵਿਹਲਾ ਕਦੇ ਅਮੀਰ ਨਹੀਂ ਬਣਦਾ। ਜਾਇਦਾਦ ਉਸਾਰਨ ਦਾ ਸਭ ਤੋਂ ਸੌਖਾ ਢੰਗ ਵਿਰਸੇ ਵਿੱਚ ਜਾਇਦਾਦ ਪ੍ਰਾਪਤ ਕਰਨਾ ਹੁੰਦਾ ਹੈ। ਕਿਸੇ ਦੇਸ਼ ਦੇ ਲੋਕਤੰਤਰ ਦੀ ਮਜ਼ਬੂਤੀ ਇਸ ਗੱਲ ਤੋਂ ਪਰਖੀ ਜਾਂਦੀ ਹੈ ਕਿ ਉੱਥੇ ਹਕੂਮਤ ਕਿਤਨੀ ਸੌਖ ਨਾਲ ਬਦਲਦੀ ਹੈ। ਅਪੰਗ ਵਿਅਕਤੀ ਨੂੰ ਵਧੇਰੇ ਲਾਇਕ ਬਣਨਾ ਪੈਂਦਾ ਹੈ, ਕਿਉਂਕਿ ਲੋਕ ਉਸ ਦੇ ਨਾਲਾਇਕ ਹੋਣ ਨੂੰ ਉਸ ਦੇ ਅਪੰਗ ਹੋਣ ਨਾਲ ਜੋੜਦੇ ਹਨ। ਵਿਦਿਆਰਥੀ ਆਪਣੇ ਅਧਿਆਪਕਾਂ ਦੇ ਭਾਂਤ-ਭਾਂਤ ਦੇ ਹਸਾਉਣੇ ਨਾਂ ਰੱਖ ਕੇ ਆਪਣੇ ਜਮਾਤੀਆਂ ਨਾਲ ਆਪਣੀ ਗੱਲਬਾਤ ਵਿੱਚ ਰੌਣਕ ਭਰਦੇ ਹਨ। ਜਿਸ ਨੂੰ ਇਤਿਹਾਸ ਦੀ ਸੋਝੀ ਨਹੀਂ, ਉਹ ਸ਼ਾਹਜਹਾਨ ਨੂੰ ਰਾਜ ਮਿਸਤਰੀ ਹੀ ਕਹੇਗਾ। ਧਰਮ ਵਿੱਚ ਹਕੂਮਤ ਪ੍ਰੇਮ ਦੀ ਹੁੰਦੀ ਹੈ। ਜੇ ਫਸਾਦ ਹੋ ਜਾਣ ਤਾਂ ਇਹ ਦੋਹਾਂ ਧਿਰਾਂ ਦੇ ਥੱਕਣ ਤੱਕ ਜਾਰੀ ਰਹਿੰਦੇ ਹਨ। ਪਰਮਾਤਮਾ ਵਿੱਚ ਵਿਸ਼ਵਾਸ ਤੋਂ ਬਿਨਾਂ ਕੋਈ ਸੰਗੀਤਕਾਰ ਸੰਗੀਤ ਦੀਆਂ ਰੂਹਾਨੀ ਸਿਖਰਾਂ ਨੂੰ ਨਹੀਂ ਛੂਹ ਸਕਦਾ। ਕਾਰ ਦੀ ਹਾਲਤ ਜਿਤਨੀ ਵਧੇਰੇ ਖਸਤਾ ਹੁੰਦੀ ਹੈ, ਉਤਨਾ ਹੀ ਉਸ ਦਾ ਡਰਾਈਵਰ ਵਧੇਰੇ ਫੁਰਤੀਲਾ ਹੁੰਦਾ ਹੈ। ਅਸੀਂ ਉਹੀ ਕੁਝ ਸਮਝਦੇ ਹਾਂ ਜੋ ਅੱਧਾ ਅਸੀਂ ਪਹਿਲਾਂ ਹੀ ਸਮਝਿਆ ਹੁੰਦਾ ਹੈ। ਇਸ ਸੰਸਾਰ ਵਿੱਚ ਹਰ ਕਿਸੇ ਦਾ ਕੋਈ ਨਾ ਕੋਈ ਮਹੱਤਵਪੂਰਨ ਕੰਮ ਰੁਕਿਆ ਅੜਿਆ ਹੋਇਆ ਹੈ। ਸਫ਼ਰ ਦੌਰਾਨ ਜਿਹੜੀ ਚੀਜ਼ ਅਸੀਂ ਆਪ ਨਹੀਂ ਚੁੱਕ ਸਕਦੇ, ਮੰਨੋ ਭਾਵੇਂ ਨਾ, ਉਹ ਹੁੰਦੀ ਫਜ਼ੂਲ ਹੈ। ਪਿਆਰ ਦੇ ਮੁੱਢਲੇ ਦਿਨਾਂ ਵਿੱਚ ਪ੍ਰੇਮੀ ਨੂੰ ਇਹ ਡਰ ਲੱਗਿਆ ਰਹਿੰਦਾ ਹੈ ਕਿ ਕਿਧਰੇ ਪ੍ਰੇਮਿਕਾ ਉਸਦਾ ਹਾਲ ਹੀ ਨਾ ਪੁੱਛ ਲਵੇ। ਹਰੇਕ ਪਤੀ ਪਤਨੀ ਇੱਕ ਦੂਜੇ ਪ੍ਰਤੀ ਵੱਖਰੀ ਰਫ਼ਤਾਰ ਦੇ ਲਾਪਰਵਾਹ ਹੁੰਦੇ ਹਨ। 1 ਜਨਵਰੀ ਸਾਰੇ ਸੰਸਾਰ ਦਾ ਜਨਮ ਦਿਨ ਹੁੰਦੀ ਹੈ। ਇੱਕੋ ਵੇਲੇ ਗਰੀਬ ਹੋਣਾ ਅਤੇ ਆਜ਼ਾਦ ਹੋਣਾ ਸੰਭਵ ਨਹੀਂ ਹੁੰਦਾ। ਸੈਰ ਕਰਨ ਦੇ, ਕੁੱਤੇ ਦੇ ਕੱਟਣ ਤੋਂ ਇਲਾਵਾ ਲਾਭ ਹੀ ਲਾਭ ਹਨ। ਕਈ ਚਿਹਰੇ ਅਜਿਹੇ ਹੁੰਦੇ ਹਨ ਜਿਹੜੇ ਮੁੜ-ਮੁੜ ਵੇਖ ਕੇ ਵੀ ਯਾਦ ਰੱਖਣ ਨੂੰ ਮਨ ਨਹੀਂ ਕਰਦਾ। ਕਵੀ ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ, ਪਰ ਆਪਣੀ ਕਵਿਤਾ ਦੇ ਕੱਢੇ ਜਾ ਰਹੇ ਗਲਤ ਅਰਥ ਬਰਦਾਸ਼ਤ ਨਹੀਂ ਕਰ ਸਕਦਾ।
ਜਿਨ੍ਹਾਂ ਵਿੱਚ ਕੁਝ ਮੁੱਲਵਾਨ ਜਾਣਨ ਦੀ ਇੱਛਾ ਹੁੰਦੀ ਹੈ, ਉਹ ਪੁਸਤਕਾਂ ਪੜ੍ਹਦੇ ਹਨ, ਬਾਕੀ ਸਾਰੇ ਟੈਲੀਵਿਜ਼ਨ ਹੀ ਵੇਖਦੇ ਹਨ। ਜਿਹੜੇ ਕਤਲ ਕਰਦੇ ਹਨ, ਉਹਨਾਂ ਨੂੰ ਲੋੜ ਆਤਮਘਾਤ ਕਰਨ ਦੀ ਹੁੰਦੀ ਹੈ। ਸੈਰ ਕਰਨ ਵਿੱਚ ਕਿਸੇ ਨਾਲ ਮੁਕਾਬਲਾ ਨਹੀਂ ਹੁੰਦਾ, ਸੋ ਹਰ ਕਿਸੇ ਨੂੰ ਅੱਵਲ ਆਉਣ ਦਾ ਅਹਿਸਾਸ ਹੁੰਦਾ ਹੈ। ਜਿਸ ਮਸਲੇ ਨੂੰ ਬੱਚਾ ਨਾਜ਼ੁਕ ਸਮਝਦਾ ਹੈ, ਉਹ ਮਸਲਾ ਉਹ ਆਪਣੀ ਮਾਂ ਨਾਲ ਨਹੀਂ, ਦਾਦੀ ਨਾਨੀ ਨਾਲ ਵਿਚਾਰਦਾ ਹੈ। ਪਿਆਰ। ਕਿਸੇ ਪਿਆਰੇ ਦੇ ਮਰਨ ਦੀ ਖਬਰ ਮਿਲਣ ਤੇ ਸਾਨੂੰ ਉਸ ਨਾਲ ਅੰਤਲੀ ਮੁਲਾਕਾਤ ਯਾਦ ਆਉਂਦੀ ਹੈ। ਕਿਸੇ ਦਾ ਵਿਰੋਧ ਕਰਕੇ ਉਸ ਨੂੰ ਪ੍ਰਭਾਵਿਤ ਕਰਨਾ ਸੰਭਵ ਨਹੀਂ ਹੁੰਦਾ। ਵਰਤਮਾਨ ਯੁੱਗ ਕਦੇ ਵੀ ਸੁਨਹਿਰੀ ਯੁੱਗ ਨਹੀਂ ਹੁੰਦਾ। ਕਈ ਪਾਠਕ ਪ੍ਰਸਿੱਧ ਲੇਖਕਾਂ ਦੀਆਂ ਪੁਸਤਕਾਂ ਪੜ੍ਹ ਕੇ ਲੇਖਕਾਂ ਨਾਲੋਂ ਵੀ ਵਧੇਰੇ ਪ੍ਰਸਿੱਧ ਹੋਣਾ ਚਾਹੁੰਦੇ ਹਨ। ਗਿਆਨ ਦੀ ਮਾਤ ਭਾਸ਼ਾ ਚੁੱਪ ਹੁੰਦੀ ਹੈ। ਇਕੱਲਤਾ ਗਰੀਬੀ ਦੀ ਅਤੇ ਇਕਾਂਤ ਖੁਸ਼ਹਾਲੀ ਦੀ ਨਿਸ਼ਾਨੀ ਹੁੰਦਾ ਹੈ। ਟੈਲੀਵਿਜ਼ਨ ਨੇ ਲਿਖਣ ਪੜ੍ਹਨ ਦਾ ਪੱਧਰ ਨੀਵਾਂ ਕਰ ਦਿੱਤਾ ਹੈ। ਜਿਹੜੇ ਵਪਾਰ ਵਿੱਚ ਵਾਧਾ ਅਤੇ ਵਿਕਾਸ ਨਹੀਂ ਵਾਪਰਦਾ, ਉਹ ਵਪਾਰ ਨਹੀਂ ਹੁੰਦਾ, ਦੁਕਾਨਦਾਰੀ ਹੀ ਹੁੰਦੀ ਹੈ। ਕਲਾ ਸਾਡੇ ਵਿਹਲੇ ਵਕਤ ਨੂੰ ਮਾਣਨਯੋਗ ਬਣਾ ਦਿੰਦੀ ਹੈ। ਭਾਰਤੀ ਬਾਜ਼ਾਰ ਵਪਾਰਕ ਸਥਾਨਾਂ ਨਾਲੋਂ ਮੇਲੇ ਵਧੇਰੇ ਲੱਗਦੇ ਹਨ। ਸਾਡੇ ਨਾਲ ਸੰਬੰਧਿਤ ਬਹੁਤੀਆਂ ਮਹੱਤਵਪੂਰਨ ਗੱਲਾਂ ਅਕਸਰ ਸਾਡੀ ਗੈਰ ਹਾਜ਼ਰੀ ਵਿੱਚ ਵਾਪਰਦੀਆਂ ਹਨ। ਪਿਆਰ ਦੇ ਸੰਬੰਧ ਵਿੱਚ ਕਿਸੇ ਨੂੰ ਦਿੱਤੀ ਨਸੀਹਤ ਕੋਈ ਅਰਥ ਨਹੀਂ ਰੱਖਦੀ। ਮਨੁੱਖ ਸਲਾਹ ਨਹੀਂ ਚਾਹੁੰਦਾ, ਆਪਣੇ ਫੈਸਲਿਆਂ ਦੀ ਪ੍ਰੌੜਤਾ ਚਾਹੁੰਦਾ ਹੈ। ਸੁੰਦਰਤਾ ਜਲਦੀ ਮੁੱਕ ਜਾਂਦੀ ਹੈ, ਕੋਝਾਪਣ ਬੜਾ ਹੰਢਣਸਾਰ ਹੁੰਦਾ ਹੈ। ਠੋਸੇ ਹੋਏ ਪਰਿਵਰਤਨ ਕਿਧਰੇ ਵੀ ਪ੍ਰਵਾਨ ਨਹੀਂ ਹੁੰਦੇ। ਮਰਨ ਨਾਲ ਮਨੁੱਖ ਬਹੁ ਗਿਣਤੀ ਵਿੱਚ ਸ਼ਾਮਲ ਹੋ ਜਾਂਦਾ ਹੈ। ਪ੍ਰਤਿਭਾਵਾਨ ਵਿਅਕਤੀਆਂ ਕੋਲ ਕੀਮਤੀ ਵਿਚਾਰ ਤਾਂ ਹੁੰਦੇ ਹਨ, ਪਰ ਕਿਸੇ ਚੀਜ਼ ਦੀ ਕੀਮਤ ਤਾਰਨ ਲਈ ਪੈਸੇ ਨਹੀਂ ਹੁੰਦੇ। ਜੇ ਸੋਚਣ ਦੀ ਆਦਤ ਪਾਓਗੇ ਤਾਂ ਸੋਚਣ ਲਈ ਅਣਗਿਣਤ ਸਮੱਸਿਆਵਾਂ ਲੱਭ ਪੈਣਗੀਆਂ। ਚੰਗੇ ਪਕਵਾਨ ਖਵਾਉਣ ਵਾਲੇ ਨਾਲ ਗੁੱਸੇ ਹੋਣਾ ਸੰਭਵ ਨਹੀਂ ਹੁੰਦਾ। ਸ਼ਾਹੂਕਾਰ ਤੋਂ ਲਏ ਪੈਸੇ ਨਾਲ ਕਿਸਾਨ ਦਾ ਵਰਤਮਾਨ ਤਾਂ ਬਚ ਜਾਂਦਾ ਹੈ, ਪਰ ਭਵਿੱਖ ਉਜੜ ਜਾਂਦਾ ਹੈ। ਇਸਤਰੀ ਦੀ ਸਮਾਜ ਸੁਧਾਰ ਵਿੱਚ ਨਹੀਂ, ਪੁਰਸ਼ ਸੁਧਾਰ ਅਤੇ ਪਤੀ ਸੁਧਾਰ ਵਿੱਚ ਦਿਲਚਸਪੀ ਹੁੰਦੀ ਹੈ। ਪਛਤਾਵਾ ਪ੍ਰਗਟਾਉਣ ਦਾ ਹਰ ਕਿਸੇ ਦਾ ਢੰਗ ਵੱਖਰਾ ਹੁੰਦਾ ਹੈ। ਵਿਆਕਰਨ ਦਾ ਉਦੇਸ਼ ਭਾਸ਼ਾ ਨੂੰ ਸੁਧਾਰਨਾ ਨਹੀਂ, ਸੋਚ ਅਤੇ ਪ੍ਰਗਟਾਵੇ ਨੂੰ ਸਪਸ਼ਟ ਕਰਨਾ ਹੁੰਦਾ ਹੈ। ਗਰੀਬੀ ਉਹ ਅਵਸਥਾ ਹੁੰਦੀ ਹੈ ਜਦੋਂ ਵਿਹਲ ਹੋਵੇ ਪਰ ਉਸ ਨੂੰ ਮਾਣਨ ਦੇ ਮਾਇਕ ਸਾਧਨ ਨਾ ਹੋਣ। ਮਨੁੱਖ ਆਪਣੇ ਆਪ ਲਈ ਕੋਈ ਥਾਂ ਨਹੀਂ ਘੇਰਦਾ, ਥਾਂ ਉਸ ਨਾਲ ਸੰਬੰਧਿਤ ਫਜ਼ੂਲ ਚੀਜ਼ਾਂ ਘੇਰਦੀਆਂ ਹਨ। ਮਹਾਨ ਸਾਹਿਤ ਵਾਦਾਂ ਤੋਂ ਮੁਕਤ ਹੁੰਦਾ ਹੈ। ਮਾਈਕਰੋਫੋਨ ਸੱਚ ਬੋਲਣ ਲਈ ਨਹੀਂ ਹੁੰਦਾ, ਇਸ ਨਾਲ ਜਾਂ ਅਧਿਕ ਪ੍ਰਸ਼ੰਸਾ ਕੀਤੀ ਜਾਂਦੀ ਹੈ ਜਾਂ ਭੰਡੀ। ਮਹਾਨ ਕੌਮਾਂ ਆਪਣੇ ਵਿਚਾਰਾਂ, ਕਾਰਨਾਮਿਆਂ ਅਤੇ ਆਪਣੀਆਂ ਕਲਾਮਾਂ ਕਰਕੇ ਜਾਣੀਆਂ ਜਾਂਦੀਆਂ ਹਨ। ਜਿਸ ਦੇ ਅੰਦਰ ਨਫ਼ਰਤ ਹੋਵੇ, ਉਹ ਨਹੀਂ ਵੇਖਦਾ ਕਿ ਦੁਸ਼ਮਣ ਕਿੱਥੇ ਹੈ, ਉਹ ਆਪ ਹੀ ਸਭ ਦਾ ਦੁਸ਼ਮਣ ਬਣ ਜਾਂਦਾ ਹੈ। ਇਸਤਰੀ ਪੁਰਸ਼ ਦੋਹਾਂ ਦੀਆਂ ਅਨੇਕਾਂ ਲੋੜਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਸੰਤੋਖਜਨਕ ਢੰਗ ਨਾਲ ਦੂਜੀ ਧਿਰ ਹੀ ਪੂਰੀਆਂ ਕਰ ਸਕਦੀ ਹੈ। ਇਸ ਕਾਰਨ ਹੀ ਦੂਜੀ ਧਿਰ ਦਾ ਮਹੱਤਵ ਹੁੰਦਾ ਹੈ। ਤਰੱਕੀ ਉਸ ਹਾਲਤ ਨੂੰ ਕਹਿੰਦੇ ਹਨ ਜਦੋਂ ਮੁਨਸ਼ੀ ਦਾ ਪੁੱਤਰ ਵਕੀਲ, ਕੰਪਾਊਂਡਰ ਦਾ ਪੁੱਤਰ ਡਾਕਟਰ, ਮਕੈਨਿਕ ਦਾ ਪੁੱਤਰ ਇੰਜੀਨੀਅਰ ਅਤੇ ਕਲਰਕ ਦਾ ਪੁੱਤਰ ਅਫਸਰ ਬਣੇ। ਪਿਛਲੇ ਕੁਝ ਹੀ ਸਮੇਂ ਵਿੱਚ ਦੋਸਤੋ, ਤੁਸੀਂ ਇਸ ਚੈਨਲ ਨੂੰ ਬਹੁਤ ਹੀ ਪਿਆਰ ਸਨਮਾਨ ਦਿੱਤਾ ਹੈ, ਇਸ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ। ਅਗਲੀ ਵੀਡੀਓ ਵਿੱਚ ਜਲਦ ਹੀ ਮੁਲਾਕਾਤ ਹੋਵੇਗੀ। ਮੈਂ ਲੈ ਕੇ ਆਵਾਂਗਾ ਤੁਹਾਡੇ ਲਈ ਮਾਲਾ ਮਣ ਕੇ ਭਾਗ ਦੂਸਰਾ।